नैन खड़े तेना सवारे नानका जिनको नदर करे महला दूजा। आपे साजे करे आप जाई बिन के आप तिस जंतु पाए कै देखे थाप था किसनु कहिए नानका किसनु कहिए नानका सब किछ आपे आप सब किछ आपे आप सब किछ आपे आप थोड़ी बड़ी कियां बड़ियाइयां किछ कहना कह न जाए सुकरता कादर करें दे दियां रिज़्क संभाए साई कार कमावणे तुर चोंडी तिन पाए नानके की बारी और दूजी नाही जाए सो करे जे रजाए 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 सुख। वाहिगुरु जी का खालसा वाहिगुरु जी की फतेह फतेह वाहिगुरु जी का खालसा वाहिगुरु जी की फतेह वाहिगुरु जी की फतेह वाहिगुरु जी की फतेह। वाहिगुरु जी का खालसा वाहिगुरु जी की फतेह। पौड़ी वड्डे कियां वड्याइयां किछ कहना कहन ना जाए सो करता कादर करी दे जियां रिज़्क संभाए साई कार कमावणी तुर छोड़ी तिले पाए नानके की बाहरी और दूजी नाही जा सो करे जित सर जाए सो करे जित सर जाए। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜਿਨ੍ਹਾਂ ਨੇ ਅਪਾਰ ਮਿਹਰ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਸ਼ਬਦ ਗੁਰਬਾਣੀ ਨਾਲ ਜੁੜ ਕਰਕੇ ਸਾਧ ਸੰਗਤ ਦੇ ਲਾਹੇ ਬਖਸ਼ੇ ਗਰੀਬ ਨਵਾਜ਼ ਦਾ ਸਰਬੱਤ ਦਾ ਪੜ੍ਹਿਆ ਸੁਣਿਆ ਲੇਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਓ ਸਰਵਣ ਕਰੀਏ ਲੜੀਵਾਰ ਗੁਰ ਸ਼ਬਦ ਵਿਚਾਰ। ਸਤਿਕਾਰਯੋਗ ਗਿਆਨੀ ਦਵਿੰਦਰ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸ਼ਿਵ ਕੋ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਆਵੋ ਸਿੱਖ ਸਤ ਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਾ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵਾ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਿੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਧਰੋ ਸੁਣ ਜਾਉ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੁ ਤੁਹਾਰੀ
ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਨੇ ਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਜੈਤ ਸਰੀ ਮਹੱਲਾ ਚੌਥਾ। ਹਮ ਬਾਰਿਕ ਕਛੂ ਨਾ ਜਾਣਹਿ, ਗਤ ਮਿਤ ਤੇਰੇ ਮੂਰਖ ਮੁਗਦੇ ਅੰਨਾ। ਹਰ ਕਿਰਪਾ ਧਾਰ ਦੀਜੈ ਮਤ ਉਤਮ, ਕਰ ਲੀਜੈ ਮੁਗਦੇ ਅੰਨ। ਮੇਰਾ ਮਨ ਆਲਸੀਆ ਉਗਲਾਨਾ, ਹਰ ਹਰ ਆਨ ਮਿਲਾਇਓ ਗੁਰ ਸਾਧੂ। ਮਿਲ ਸਾਧੂ ਕਪਟ ਖੁਲਾਨਾ ਰਹਾਓ। ਗੁਰ ਖਿਨ ਖਿਨ ਪ੍ਰੀਤ ਲਗਾਵੋ ਮੇਰੇ ਹਿਯਰ, ਮੇਰੇ ਪ੍ਰੀਤਮ ਨਾਮ ਪੁਰਾਨਾ। ਬਿਨ ਨਾਵੈ ਮਰ ਜਾਈਐ ਮੇਰੇ ਠਾਕੁਰ, ਜਿਉ ਅਮਲੀ ਅਮਲ ਲੁਬਾਨਾ। ਜਿਨ ਮਨ ਪ੍ਰੀਤ ਲੱਗੀ ਹਰ ਘੇਰੀ, ਤਿਨ ਤੁਰ ਭਾਗ ਪੁਰਾਨਾ। ਤਿਨ ਹਮ ਚਰਨ ਸਰੀਵੈ ਖਿਨ ਖਿਨ, ਜਿਨ ਹਰ ਮੀਠ ਲਗਾਨਾ। ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ, ਜਨ ਬਿਛਰਿਆ ਚਿਰੀ ਮਿਲਾਨਾ। ਧੰਨ ਧੰਨ ਸਤਿਗੁਰ ਜਿਨ ਨਾਮ ਦ੍ਰਿੜਾਇਆ, ਜਨ ਨਾਨਕ ਤਿਸ ਕੁਰਬਾਨਾ। ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ, ਜਨ ਬਿਛਰਿਆ ਚਿਰੀ ਮਿਲਾਨਾ। ਧੰਨ ਧੰਨ ਸਤਿਗੁਰ ਜਿਨ ਨਾਮ ਦ੍ਰਿੜਾਇਆ, ਜਨ ਨਾਨਕ ਤਿਸ ਕੁਰਬਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਹਿ ਮਹਾਰਾਜ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਰ ਅਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ, ਅਤੇ ਚੱਲ ਰਹੀ ਲੜੀਵਾਰ ਕਥਾ ਅੰਮ੍ਰਿਤਮਈ ਬਾਣੀ ਦੀ ਸਰਵਣ ਕਰਨ ਲਈ ਆਪਾਂ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ। ਇਹ ਪਾਵਨ ਸ਼ਬਦ ਜੈਤ ਸਰੀ ਰਾਗ ਦੇ ਵਿੱਚ ਹੈ, ਮਹੱਲਾ ਚੌਥਾ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 697 ਤੇ ਇਹ ਸ਼ਬਦ ਸੁਸ਼ੋਭਿਤ ਹੈ। ਸਾਹਿਬ ਜੀ ਉਪਦੇਸ਼ ਦੇ ਰਹੇ ਨੇ, ਆਓ ਆਪਾਂ ਸਮਝੀਏ। ਹਮ ਵਾਰਿਕ ਕਛੂ ਨਾ ਜਾਣਹਿ, ਗਤ ਮਿਤ। ਇਹ ਸੱਚੇ ਪਾਤਸ਼ਾਹ ਅਸੀਂ ਬੱਚੇ ਹਾਂ, ਸਾਨੂੰ ਕੁਝ ਵੀ ਸਮਝ ਨਹੀਂ ਹੈ। ਗਤ ਮਿਤ ਨਾ ਤਾਂ ਸਾਡੇ ਮਿਤ ਮਰਜ਼ਾਦਾ ਵੀ ਤੇਰੀ ਮਰਜ਼ਾਦਾ ਕੀ ਹੈ, ਗਾਤ ਅਵਸਥਾ ਤੇਰੀ ਅਵਸਥਾ ਕੀ ਹੈ, ਗਾਤ ਗਤੀ ਚਾਲ ਨੂੰ ਵੀ ਕਿਹਾ ਜਾਂਦਾ, ਕਿਉਂ ਚਾਲੇ ਗੁਰੂ ਚਾਲੀ।
ਵੀ ਜਦ ਅਸੀਂ ਹੈ ਹੀ ਆਣੇ ਬੇਸਮਝ, ਤੇਰੀ ਚਲਾਈ ਹੋਈ ਮਰਜ਼ਾਦਾ ਸਾਡੀ ਸਮਝ ਨਹੀਂ ਪੈਂਦੀ ਹੈ। ਬੰਦਿਆਂ ਦੀਆਂ ਮਰਜ਼ਾਦਾ ਤਾਂ ਬੜੀਆਂ ਨੇ ਜੋ ਬੰਦਿਆਂ ਨੇ ਬਣਾਈਆਂ ਹੋਈਆਂ, ਉਹਦੇ 'ਚ ਇਹ ਉਲਝ ਕੇ ਰਹਿ ਗਿਆ। ਅਕਾਲ ਪੁਰਖ ਦੀ ਮਰਜ਼ਾਦਾ ਇਹਦੀ ਸਮਝ ਵਿੱਚ ਨਹੀਂ ਵੀ ਉਹਦੀ ਮਰਜ਼ਾਦਾ ਕੀ ਆ। ਕਾਰਨ ਕੀ? ਬੱਚਾ ਮਹਾਰਾਜ ਕੋਲੋਂ ਬੁੱਧੀ ਵੀ ਨਹੀਂ ਮੰਗਦਾ, ਆਪਣੀ ਮਰਜ਼ਾਦਾ ਅੱਗੇ ਰੱਖਦਾ ਜਿਹੜੀ ਆਪਣੀ ਬਣਾਈ ਹੋਈ ਹੈ। ਜਿਹੜੀ ਗੁਰੂ ਦੀ ਮਰਜ਼ਾਦਾ ਉਹ ਸਮਝ ਕੋਈ ਨਹੀਂ, ਗੁਰੂ ਦੀ ਮਰਜ਼ਾਦਾ ਕੀ ਆ। ਸੋ ਕਹਿੰਦਾ ਵੀ ਨਹੀਂ ਮਹਾਰਾਜ ਸੱਚੇ ਪਾਤਸ਼ਾਹ, ਸਮਝ ਵਿੱਚ ਨਹੀਂ ਆ ਰਿਹਾ, ਕਿਰਪਾ ਕਰਕੇ ਜੋ ਤੇਰੀ ਮਰਜ਼ਾਦਾ ਹੈ ਉਹ ਸਾਨੂੰ ਸਮਝਾ ਦਿਓ। ਇੱਦਾਂ ਵੀ ਨਹੀਂ ਕਹਿੰਦਾ, ਆਪਣੀ ਬੁੱਧ ਨੂੰ ਵੱਡਾ ਕਰਕੇ ਮੰਨਦਾ, ਮੇਰੀ ਬੁੱਧ ਵੱਡੀ ਹੈ। ਤੇਰੇ ਮੂਰਖ ਮੁਗਦੇ ਆਨਾ, ਬੱਚੇ ਤਾਂ ਹਾਂ ਪਰ ਤੇਰੇ ਹਾਂ, ਸਾਨੂੰ ਸਮਝ ਨਹੀਂ ਹੈ। ਮੁਗਧ ਹਾਂ, ਬੇਸਮਝ ਹਾਂ, ਪਰ ਅਸੀਂ ਬੱਚੇ ਤੇਰੇ ਹਾਂ। ਕਿਰਪਾ ਕਰਕੇ ਤੂੰ ਸਾਨੂੰ ਮੱਤ ਦੇ, ਬੁੱਧ ਦੇ, ਸਾਨੂੰ ਸਮਝਾ ਕਿੱਦਾਂ ਤੇਰੀ ਬਾਣੀ ਪੜ੍ਹਨੀ ਹੈ। ਸਾਨੂੰ ਨਹੀਂ ਪਤਾ ਹੁਣ ਬਾਣੀ ਕਿੱਦਾਂ ਪੜ੍ਹੀ ਦੀ ਤੇਰੀ, ਕਿੰਨੀ ਕਿਵੇਂ ਸ਼ੁੱਧ ਪੜ੍ਹੀ ਦੀ ਹੈ, ਕਿੱਦਾਂ ਵਿਸ਼ਰਾਮ ਦੇਈਦਾ। ਸੋ ਕੇਵਲ ਐਸਾ ਹੁੰਦਾ ਬਾਣੀ ਆਪਣੇ ਚਿੱਤੋਂ ਆਪਾਂ ਸ਼ੁੱਧ ਪੜ੍ਹਦੇ ਹਾਂ, ਹੋੜੇ ਦੀ ਜਗ੍ਹਾ ਸੋ ਆਪਾਂ ਔਂਕੜ ਬੋਲ ਜਾਂਦੇ, ਔਂਕੜ ਬੁਲਾਉਣ ਦੀ ਕੋਸ਼ਿਸ਼ ਕਰਦੇ, ਹੋੜਾ ਬੋਲ ਜਾਂਦੇ ਹਾਂ। ਸਿਹਾਰੀ ਕਹਿੰਦੇ ਵੀ ਸਿਹਾਰੀ ਬੁਲਾਉਣੀ ਹੈ, ਲਾਮ ਬੋਲ ਜਾਂਦੇ ਹਾਂ ਅਤੇ ਸਿਹਾਰੀ ਬੋਲਣੀ। ਅਤੇ ਊੜੇ ਨੂੰ ਔਂਕੜ ਬੋਲਣਾ ਅਤੇ ਉੱਧਰੋਂ ਹਾਹੇ ਨੂੰ ਵੀ ਔਂਕੜ ਹੈ ਅਤੇ ਊੜੇ ਦਾ ਮੂੰਹ ਖੋਲ੍ਹ ਕੇ ਬੋਲ ਦਿੰਦੇ ਹਾਂ। ਸੋ ਜੇ ਇੱਕ ਸ਼ੁੱਧ ਬੋਲਦੇ ਹਾਂ ਅਤੇ ਦੂਸਰਾ ਅੱਖਰ ਗਲਤ ਬੋਲ ਦਿੰਦੇ ਹਾਂ ਅਸੀਂ। ਅਤੇ ਵਿਸ਼ਰਾਮ ਦਾ ਤਾਂ ਪਤਾ ਹੀ ਨਹੀਂ ਚੱਲਦਾ ਨਾ ਵੀ ਕਿੱਥੇ ਕਿੱਥੇ ਵਿਸ਼ਰਾਮ ਦੇਣਾ। ਜੇ ਬਾਣੀ ਸੰਪੂਰਨ ਰੂਪ ਦੇ ਵਿੱਚ ਸ਼ੁੱਧ ਪੜ੍ਹਨੀ ਆ ਗਈ, ਸੋ ਫਿਰ ਤਾਂ ਜਿਨ੍ਹਾਂ ਨੇ ਬਾਣੀ ਉਚਾਰਨ ਕੀਤੀ ਹੋਈ ਹੈ ਉਹਨਾਂ ਨਾਲੋਂ ਜ਼ਿਆਦਾ ਸਾਡਾ ਦਿਮਾਗ ਹੋ ਗਿਆ। ਕੋਸ਼ਿਸ਼ ਕਰੀ ਜਾਣੀ ਹੈ ਪਰ ਅਸੀਂ ਨਹੀਂ ਸ਼ੁੱਧ ਪੜ੍ਹ ਸਕਦੇ, ਨਹੀਂ ਸ਼ੁੱਧ ਪੜ੍ਹ ਸਕਦੇ। ਕੋਸ਼ਿਸ਼ ਕਰਨੀ ਹੈ, ਕੋਸ਼ਿਸ਼ ਕਰੀ ਜਾਣੀ ਹੈ। ਪਰ ਜੇ ਕਿਤੇ ਮਨ 'ਚ ਹੰਕਾਰ ਨਾ ਆ ਜਾਵੇ ਮੇਰੇ ਤੋਂ ਵੱਧ ਕੇ ਬਾਣੀ ਕੋਈ ਸ਼ੁੱਧ ਹੀ ਨਹੀਂ ਪੜ੍ਹਦਾ, ਜੋ ਮੈਂ ਮਰਜ਼ਾਦਾ ਨਿਭਾਉਣਾ ਹੋਰ ਕੋਈ ਨਿਭਾ ਹੀ ਨਹੀਂ ਸਕਦਾ। ਸੋ ਭਾਈ ਉਹ ਆਪਣੀ ਗਤਮਿਤ ਆਪ ਜਾਣਦਾ, ਗੁਰਬਾਣੀ ਉਸ ਦੀ ਉਚਾਰਨ ਕੀਤੀ ਹੋਈ ਹੈ, ਉਹ ਸਾਨੂੰ ਬੁੱਧ ਦੇਵੇ ਤਾਂ ਆਪਣੀ ਬਾਣੀ ਸਾਡੇ ਪਾਸੋਂ ਸ਼ੁੱਧ ਉਹ ਪੜ੍ਹਾ ਸਕਦਾ। ਤੇਰੇ ਸੀ ਮੂਰਖ ਬੱਚੇ ਹੈ, ਬੇਸਮਝ ਬੱਚੇ ਹਾਂ ਅਸੀਂ। ਹਰ ਕਿਰਪਾ ਧਾਰ ਦੀਜੈ ਮਤ ਉਤਮ, ਕਰ ਲੀਜੈ ਮੁਗਧ ਸਿਆਣਾ। ਸੱਚੇ ਪਾਤਸ਼ਾਹ ਹੈਗੇ ਤਾਂ ਅਸੀਂ ਮੂਰਖ, ਤੂੰ ਸਿਆਣਾ ਵੀ ਤਾਂ ਬਣਾ ਹੀ ਸਕਦਾ, ਅਤੇ ਸਿਆਣਾ ਮੈਂ ਆਪਣੀ ਮੱਤ ਦੇ ਨਾਲ ਨਹੀਂ ਬਣ ਸਕਦਾ, ਤੂੰ ਹੀ ਕਿਰਪਾ ਕਰ। ਹਰ ਕਿਰਪਾ ਧਾਰ, ਤੂੰ ਕਿਰਪਾ ਕਰ। ਦੀਜੈ ਮਤ ਉੱਤਮ, ਨਾ ਚੰਗੀ ਮੱਤ ਦੇ, ਉੱਚੀ ਮੱਤ ਦੇ, ਉੱਚੀ ਉੱਚੀ ਮੱਤ। ਉੱਚੀ ਮੱਤ ਹੁੰਦੀ ਹੈ ਜਦੋਂ ਦੂਸਰਿਆਂ ਦੇ ਨਾਲੋਂ ਇਹ ਨਫ਼ਰਤ ਕਰਨੀ ਛੱਡ ਦਿੰਦਾ, ਜਦੋਂ ਸਭਨਾਂ ਦੇ ਵਿੱਚ ਰੱਬ ਦੇਖਦਾ, ਸਭਨਾਂ ਵਿੱਚ ਉਹਦੀ ਜੋਤ ਵੇਖਦਾ, ਜਦੋਂ ਸਾਰਿਆਂ ਤੋਂ ਨੀਵਾਂ ਬਣਦਾ, ਉਹ ਉੱਚੀ ਮੱਤ ਵਾਲਾ ਹੁੰਦਾ। ਜਿੰਨਾ ਚਿਰ ਮਨ ਨਹੀਂ ਨੀਵਾਂ ਹੁੰਦਾ ਨਾ ਉਹਨਾਂ ਚਿਰ ਉੱਚੀ ਮੱਤ ਨਹੀਂ ਹੋ ਸਕਦੀ। ਜਦੋਂ ਮਨ ਹਉਮੈ ਦੇ ਵਿੱਚ ਹੈ ਸਭ ਤੋਂ ਨੀਚ ਮੱਤ ਦਾ ਮਾਲਕ ਹੁੰਦਾ, ਬਾਹਰੋਂ ਭੇਖ ਜਿੱਦਾਂ ਦਾ ਮਰਜ਼ੀ। ਸੋ ਮਨ ਨੀਵਾਂ ਮੱਤ ਉੱਚੀ, ਚਾਹੇ ਮੱਤ ਉੱਚੀ ਮੰਗ ਲਓ ਚਾਹੇ ਮਨ ਨੀਵਾਂ ਮੰਗ ਲਓ, ਦੋਨੇ ਚੀਜ਼ਾਂ ਮਿਲ ਜਾਣੀਆਂ, ਦੋਨੇ ਚੀਜ਼ਾਂ ਮਿਲਦੀਆਂ। ਫਿਰ ਜਦੋਂ ਮਨ ਨੀਵਾਂ ਮਿਲਦਾ ਤਾਂ ਮੱਤ ਉੱਚੀ ਮਿਲ ਜਾਂਦੀ ਹੈ। ਮੈਨੂੰ ਮੂਰਖ ਨੂੰ ਤੂੰ ਸਿਆਣਾ ਬਣਾ ਲਾ, ਮੇਰਾ ਮਨ ਆਲਸੀਆ ਉਘਲਾਨਾ। ਮਨ ਜਿਹੜਾ ਆ ਆਲਸ ਕਰਦਾ ਪਰ ਚੰਗੇ ਕੰਮਾਂ ਲਈ ਕਰਦਾ, ਸੇਵਾ ਕਰਨ 'ਚ ਆਲਸ ਕਰਦਾ, ਬਾਣੀ ਪੜ੍ਹਨੀ ਹੋਵੇ, ਸੁਣਨੀ ਹੋਵੇ, ਸਿਮਰਨ ਕਰਨਾ ਹੋਵੇ ਅਤੇ ਆਲਸ ਕਰ ਜਾਂਦਾ, ਉਦੋਂ ਉਂਘਣ ਲੱਗ ਪੈਂਦਾ, ਨੀਂਦ ਆਉਣ ਲੱਗ ਪਈ ਜੀ। ਉਘਲਾਨਾ, ਉਘਲਾਨਾ ਉਹ ਅਵਸਥਾ ਆ ਜਦੋਂ ਆਲਸ ਤੋਂ ਇੱਕ ਦਰਜਾ ਤਾਂ ਉਹਨੂੰ ਚੜ੍ਹ ਜਾਂਦਾ,
ਬਸ ਅੱਖਾਂ 'ਚ ਨੀਂਦ ਆਈ ਕਿ ਆਈ, ਡਿੱਗਿਆ ਕਿ ਡਿੱਗਿਆ। ਜਦੋਂ ਚੰਗਾ ਕੰਮ ਕਰਨਾ ਨਾ, ਨਾਮ ਕੀ ਵੇਲਾ ਪੈ ਪੈ ਸੋਇਆ, ਜਦੋਂ ਹੀ ਉਸੇ ਵਕਤ ਨੀਂਦ ਆ ਜਾਂਦੀ ਹੈ। ਬੁਰੇ ਕਾਮ ਕੋ ਉੱਠ ਖਲੋਇਆ। ਮਾੜਾ ਕੰਮ ਹੈ ਅਤੇ ਉਦੋਂ ਇੱਕਦਮ ਤਿਆਰ ਪਰ ਤਿਆਰ। ਕਿਸੇ ਦੀ ਨਿੰਦਿਆ ਚੁਗਲੀ ਹੋਵੇ, ਬਰਿਆਈ ਹੁੰਦੀ ਹੈ, ਮਨ ਸ਼ੇਰ ਹੋ ਜਾਂਦਾ। ਬਰਿਆਈ ਹੋਈ ਸ਼ੇਰ। ਜਦੋਂ ਬਾਣੀ ਦੀ ਵਿਚਾਰ ਕਰੇ, ਬਾਣੀ ਗੱਲਾਂ ਹੀ ਆ, ਬਾਣੀ ਵੀ ਤਾਂ ਸੱਚੀਆਂ ਗੱਲਾਂ ਨੇ, ਬਚਨ ਨੇ, ਅਤੇ ਇੱਧਰ ਕਿਉਂ ਨਹੀਂ ਕੰਨ ਲੱਗਦੇ ਸਾਡੇ? ਬਸ ਉੱਥੇ ਆਲਸੀਆ ਉਗਲਾਨਾ, ਇਹ ਸਾਡੀ ਦਸ਼ਾ ਹੋ ਰਹੀ ਹੈ। ਹਰ ਹਰ ਆਨ ਮਿਲਾਇਓ ਗੁਰ ਸਾਧੂ, ਮਿਲ ਸਾਧੂ ਕਪਟ ਖੁਲਾਨਾ। ਗੁਰੂ ਨੇ ਮੇਰੇ 'ਤੇ ਤਰਸ ਖਾਧਾ, ਮੇਰੇ 'ਤੇ ਰਹਿਮ ਕੀਤੀ। ਮਿਲਾਇਓ ਗੁਰ ਸਾਧੂ, ਅਕਾਲ ਪੁਰਖ ਦੀ ਕਿਰਪਾ ਦੇ ਨਾਲ, ਗੁਰੂ ਦੇ ਨਾਲ, ਸਾਧੂ ਗੁਰੂ ਦੇ ਨਾਲ, ਪੂਰੇ ਗੁਰੂ ਦੇ ਨਾਲ ਮੇਲ ਹੋ ਗਿਆ। ਹੁਣ ਜਦੋਂ ਪੂਰੇ ਗੁਰੂ ਦੇ ਨਾਲ ਮਿਲੇ, ਪੂਰੇ ਗੁਰੂ ਨੇ ਕਿਰਪਾ ਕੀਤੀ, ਉਹਦੀ ਗੱਲ ਅਸੀਂ ਸੁਣੀ, ਮੰਨੀ, ਫੇਰ ਕੀ ਹੋ ਗਿਆ? ਕਹਿੰਦੇ ਮਿਲ ਸਾਧੂ ਕਪਟ ਖੁਲਾਨਾ। ਸੋ ਜਿਹੜਾ ਕਪਟ, ਪੱਥਰ ਦੇ ਦਰਵਾਜ਼ੇ ਲੱਗੇ ਸੀਗੇ, ਕਵਾੜ ਜਿਹਨੂੰ ਕਹਿੰਦੇ ਕਵਾੜ ਖੁੱਲ੍ਹ ਜਾਣਾ, ਉਹ ਖੁੱਲ੍ਹ ਗਿਆ। ਸੋਝੀ ਪੈ ਗਈ, ਸੋਝੀ ਪੈ ਗਈ। ਕਪਟ, ਕਪਟ ਪਖੰਡ ਨੂੰ ਵੀ ਕਿਹਾ ਜਾਂਦਾ। ਕਪਟ ਦੀ ਸੋਝੀ ਪੈ ਜਾਵੇ ਬਸ। ਕਪਟ ਇਸ ਸੰਸਾਰ ਦੇ ਵਿੱਚ ਜਿਹਨੂੰ ਕਪਟ ਦੀ ਸੋਝੀ ਪੈ ਜਾਂਦੀ, ਉਹਨੂੰ ਅਸਲੀਅਤ ਦੀ ਸੋਝੀ ਪੈਂਦੀ ਹੈ। ਜਿਹਨੂੰ ਕਪਟ ਦੀ ਸੋਝੀ ਨਹੀਂ ਪੈਂਦੀ, ਉਹਨੂੰ ਅਸਲੀਅਤ ਦੀ ਸੋਝੀ ਨਹੀਂ ਪੈ ਸਕਦੀ ਹੈ। ਇਸ ਕਰਕੇ ਜਦੋਂ ਗੁਰੂ ਨੇ ਕਿਰਪਾ ਕੀਤੀ, ਮੈਨੂੰ ਮੇਰਾ ਕਪਟ ਖੁੱਲ੍ਹ ਗਿਆ। ਰਹਾਓ। ਗੁਰੂ ਖਿਨ ਖਿਨ ਪ੍ਰੀਤ ਲਗਾਵੋ ਮੇਰਾ ਹੀਰਾ, ਮੇਰੇ ਪ੍ਰੀਤਮ ਰਾਮ ਨਾਮ ਪਰਾਨਾ। ਗੁਰੂ ਨੇ ਕਿਰਪਾ ਕਰ ਦਿੱਤੀ ਹੈ। ਹੁਣ ਮੇਰੇ ਅੰਦਰੋਂ ਜੋ ਪ੍ਰੀਤ ਲੱਗ ਗਈ ਸੱਚੇ ਪਾਤਸ਼ਾਹ ਜੀ ਦੇ ਨਾਲ, ਉਹ ਖਿਨ ਖਿਨ ਆ। ਖਿਨ ਖਿਨ ਤੇ ਮੰਨ ਲਓ ਥੋੜ੍ਹਾ ਜਿੰਨਾ ਸਮਾਂ ਵੀ ਇਸ ਪ੍ਰੀਤ ਤੋਂ ਬਾਹਰੇ ਨਹੀਂ ਜਾ ਸਕਦੇ। ਗੁਰ ਖਿਨ ਖਿਨ ਪ੍ਰੀਤ ਲਗਾਵੋ ਮੇਰਾ ਹੀਰਾ। ਸੋ ਸੱਚੇ ਪਾਤਸ਼ਾਹ ਇਹ ਬੇਨਤੀ ਨਾ ਵੀ ਮੇਰੇ ਅੰਦਰ ਇੰਨਾ ਕੁ ਪਿਆਰ ਪੈਦਾ ਕਰ ਦਿਓ ਵੀ ਖਿਨ ਮਾਤਰ ਵੀ ਮੈਂ ਤੇਰੇ ਪਿਆਰ ਤੋਂ ਵਾਂਝਾ ਨਾ ਹੋਵੇ। ਇੱਦਾਂ ਦਾ ਪਿਆਰ ਮੇਰੇ ਅੰਦਰ ਪਾ ਦਿਓ ਅਤੇ ਮੇਰੇ ਪ੍ਰੀਤਮ ਨਾਮ ਪ੍ਰਨ। ਸੋ ਮੇਰੇ ਪ੍ਰੀਤਮ ਦਾ ਜਿਹੜਾ ਨਾਮ ਹੈ ਉਹ ਮੇਰੇ ਪ੍ਰਾਣ ਬਣ ਜਾਣ। ਜਿੱਦਾਂ ਪ੍ਰਾਣਾਂ ਤੋਂ ਬਿਨਾਂ ਨਹੀਂ ਜਿੰਦ, ਕਾਹਦੀ ਜਿੰਦ ਹੈ, ਇਸੇ ਤਰ੍ਹਾਂ ਹੀ ਉਹਦੀ ਬਾਣੀ ਮੇਰੇ ਪ੍ਰਾਣ ਬਣ ਜਾਣ, ਉਹਦਾ ਨਾਮ ਮੇਰਾ ਪ੍ਰਾਣ ਬਣ ਜਾਵੇ। ਨਾਮ ਪ੍ਰਾਨਾ, ਪ੍ਰਾਨਾ ਪਰੋਣ ਨੂੰ ਵੀ ਕਹਿੰਦੇ ਹੈ, ਪਰੋ ਹੋ ਜਾਣਾ। ਸੋ ਕਿਰਪਾ ਕਰ ਦਿਓ ਮੇਰਾ ਆਪਣਾ ਆਪ, ਮੇਰਾ ਇੱਕ ਇੱਕ ਸਾਹ ਜਿਹੜਾ ਆ ਉਹ ਨਾਮ ਦੇ ਵਿੱਚ ਪਰੋਇਆ ਜਾਵੇ। ਐਸੀ ਮਿਹਰ ਕਰ ਦਿਓ। ਬਿਨ ਨਾਵੈ ਮਰ ਜਾਈਐ ਮੇਰੇ ਠਾਕੁਰ, ਜਿਉ ਅਮਲੀ ਅਮਲ ਲਵਾਨਾ। ਐਸੀ ਮੇਰੇ 'ਤੇ ਰਹਿਮਤ ਕਰ ਦਿਓ, ਮੈਨੂੰ ਆਪਣੇ ਨਾਮ ਦਾ ਅਮਲੀ ਬਣਾ ਲਓ। ਜਿੱਦਾਂ ਅਮਲ ਖਾਣੇ ਵਾਲਾ ਜਿਹੜਾ ਅਮਲੀ ਹੁੰਦਾ, ਜਦੋਂ ਉਹ ਅਫੀਮ ਵੇਖਦਾ ਅਤੇ ਲੁਭਾਨਾ ਮਨ ਉੱਧਰ ਨੂੰ ਲਲਚਾਉਂਦਾ ਆ ਵੀ ਮੈਨੂੰ ਮਿਲ ਜਾਵੇ। ਇਸੇ ਤਰ੍ਹਾਂ ਮੈਨੂੰ ਬਾਣੀ ਦਾ ਐਸਾ ਨਸ਼ਾ ਹੋ ਜਾਵੇ, ਜਿੱਥੇ ਵੀ ਬਾਣੀ ਚੱਲੇ, ਸਤਸੰਗ ਹੋਵੇ, ਕਥਾ ਹੋਵੇ, ਕੀਰਤਨ ਹੋਵੇ, ਅਤੇ ਮੇਰੇ ਮਨ ਵਿੱਚ ਲਾਲਚ ਪੈਦਾ ਹੋਵੇ। ਹੋਂ ਲਾਲਚ ਗੁਣ ਤਉ ਉਚਰੋਂ, ਤੇਰੀ ਬਾਣੀ ਪੜ੍ਹਾਂ, ਬਾਣੀ ਸੁਣਾ, ਇਹਦਾ ਬਾਣੀ ਦਾ ਨਸ਼ਾ ਹੋ ਜਾਵੇ। ਫਿਰ ਮਨ ਵਿੱਚ ਜਿੰਨਾ ਚਿਰ ਬਾਣੀ ਦਾ ਨਸ਼ਾ ਨਹੀਂ ਹੁੰਦਾ ਹੈ, ਉਹਨਾਂ ਚਿਰ ਕਦੀ ਵੀ ਮਨ ਵਿੱਚ ਬਾਣੀ ਦੇ ਪ੍ਰਤੀ ਲਾਲਚ ਨਹੀਂ ਪੈਦਾ ਹੁੰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਵੀ ਹੇ ਪ੍ਰਮਾਤਮਾ ਪਰਮੇਸ਼ਰ, ਕਿਰਪਾ ਕਰੋ ਮੇਰੇ 'ਤੇ ਰਹਿਮਤ ਕਰੋ, ਮੈਨੂੰ ਤੇਰਾ ਨਾਮ ਮਿੱਠਾ ਲੱਗੇ, ਤੇਰੇ ਨਾਮ ਦੇ ਪ੍ਰਤੀ ਮੇਰੇ ਅੰਦਰ ਲੋਭ ਪੈਦਾ ਹੋਵੇ, ਅਤੇ ਨਾਮ ਤੋਂ ਬਿਨਾਂ ਐਸੀ ਅਵਸਥਾ ਬਣ ਜਾਵੇ, ਮਰ ਜਾਈਏ ਮੇਰੇ ਠਾਕੁਰ, ਮੌਤ ਦੇ ਸੇਵ ਮੌਤ। ਅਮਲੀ ਇੱਦਾਂ ਹੁੰਦੇ ਨੇ,
ਅਮਲੀ ਜਦੋਂ ਉਹਨਾਂ ਨੂੰ ਅਫੀਮ ਨਾ ਮਿਲੇ ਉਹ ਕਹਿੰਦੇ ਵੀ ਮੈਨੂੰ ਤਾਂ ਮੌਤ ਹੈ, ਮੈਂ ਮਰ ਜਾਣਾ ਜੇ ਮੈਨੂੰ ਨਸ਼ਾ ਨਾ ਮਿਲਿਆ। ਇੱਦਾਂ ਹੀ ਨਾਮ ਜਪਣੇ ਵਾਲੇ, ਬਾਣੀ ਪੜ੍ਹਨੇ ਵਾਲੇ ਕਹਿੰਦੇ ਮੌਤ ਹੈ, ਜੇ ਬਾਣੀ ਨਹੀਂ ਮਿਲਦੀ ਹੈ, ਨਾਮ ਨਹੀਂ ਜਪ ਹੁੰਦਾ, ਨਾਮ ਤੋਂ ਬਿਨਾਂ ਤਾਂ ਮੌਤ ਹੈ। ਸੋ ਇਸ ਕਰਕੇ ਇਹੋ ਜਿਹੀ ਅਵਸਥਾ ਮੇਰੀ ਬਣਾ ਦਿਓ। ਭਗਤ ਇਹੋ ਹੀ ਮੰਗ ਕਰਦਾ ਗੁਰੂ ਪਾਸੋਂ। ਜਿਨ ਮਨ ਪ੍ਰੀਤ ਲੱਗੀ ਹਰ ਕੇਰੀ, ਤਿਨ ਧੁਰ ਭਾਗ ਪੁਰਾਨਾ। ਸੋ ਜਿਨ੍ਹਾਂ ਦਾ ਰੱਬ ਦੇ ਨਾਲ ਪਿਆਰ ਆ ਨਾ, ਪਿਆ ਹੋਇਆ, ਸੋ ਜਿਨ੍ਹਾਂ ਦਾ ਪਿਆਰ ਪਿਆ, ਜਿਹੜੇ ਬਾਣੀ 'ਚੋਂ ਰਸ ਲੈਂਦੇ ਨੇ, ਸੰਗਤ ਕਰਦੇ ਨੇ, ਸੇਵਾ ਸਿਮਰਨ, ਬੰਦਗੀ ਹੈ। ਸੇਵਾ ਕਰਨੀ, ਸਿਮਰਨ ਕਰਨਾ, ਕਥਾ ਕੀਰਤਨ, ਸਤ ਸੰਗਤ ਕਰਨੀ ਬੰਦਗੀ ਹੈ ਸਾਰੀ। ਅਗਰ ਇਹਦੇ ਵਿੱਚ ਪਿਆਰ ਪੈ ਗਿਆ ਤੇ ਇਹ ਕੋਈ ਅੱਜ ਦੀ ਖੇਡ ਨਹੀਂ ਹੈ। ਮਹਾਰਾਜ ਕਹਿੰਦੇ ਤਿੰਨ ਧੁਰ ਭਾਗ ਪੁਰਾਨਾ, ਉਹਨਾਂ ਦੇ ਧੁਰ ਦੇ ਭਾਗ ਨੇ ਤੇ ਪੁਰਾਣੇ ਨੇ। ਉਹ ਪੁਰਾਣੇ ਸਿੱਖ ਨੇ। ਪੂਰਵ ਜਨਮ ਕੇ ਤੁਮਰੇ ਸੇਵਕ, ਇਹ ਤਾਂ ਜਨਮਾਂ ਜਨਮਾਤਰਾਂ ਦੀ ਬੰਦਗੀ ਚੱਲਦੀ ਹੈ। ਸੋ ਜੇ ਅੱਜ ਬੰਦਗੀ ਦੇ ਵਿੱਚ ਪ੍ਰੇਮ ਹੈ, ਪਿਆਰ ਪੈਦਾ ਹੁੰਦਾ, ਬਾਣੀ ਚੰਗੀ ਲੱਗਦੀ, ਇਹਦਾ ਮਤਲਬ ਧੁਰ ਤੋਂ ਜਿਹੜੇ ਪੁਰਾਣੇ ਭਾਗ ਨੇ, ਚੰਗੇ ਕਰਮ ਨੇ, ਉਹ ਸਾਡੇ ਸਾਹਮਣੇ ਆ ਰਹੇ ਨੇ। ਸੋ ਤਦੇ ਹੀ ਬਾਣੀ ਵਾਲੇ ਪਾਸੇ ਲੱਗਦਾ, ਤਦੇ ਇਹ ਬੰਦਗੀ ਕਰਦਾ ਹੈ। ਤਿਨ ਹਮ ਚਰਨ ਸਰੇਵੈ ਖਿਨ ਖਿਨ, ਜਿਨ ਹਰ ਮੀਠ ਲਗਾਨਾ। ਪਰਮਾਤਮਾ ਪਰਮੇਸ਼ਰ ਦਾ ਨਾਮ ਹੈ ਤਾਂ ਮਿੱਠਾ। ਸੋ ਨਾਮ ਤੋਂ ਬਿਨਾਂ ਬਾਕੀ ਸਭ ਕੁਝ ਕੌੜਾ ਹੈ, ਫਿੱਕਾ ਆ ਨਾਮ ਤੋਂ ਬਿਨਾਂ। ਇੱਕ ਨਾਮ ਹੈ ਜਿਹੜਾ ਮਿੱਠਾ, ਪਰ ਲੱਗਦਾ ਭਗਤਾਂ ਨੂੰ ਜਿਹੜੇ ਅੰਦਰੋਂ ਜਾਗੇ ਹੋਏ ਹੁੰਦੇ ਨੇ, ਜਿਨ੍ਹਾਂ ਦੀ ਸੋਝੀ ਕੰਮ ਕਰਦੀ, ਜਿਨ੍ਹਾਂ ਦੀ ਸੁਰਤ ਕੰਮ ਕਰਦੀ ਹੈ, ਉਹਨਾਂ ਨੂੰ ਨਾਮ ਮਿੱਠਾ ਲੱਗਦਾ ਹੈ। ਇਹ ਕਰਕੇ ਹੇ ਪ੍ਰਭੂ ਪਰਮਾਤਮਾ ਪਰਮੇਸ਼ਰ, ਮੇਰੇ 'ਤੇ ਰਹਿਮ ਕਰ ਦਿਓ। ਤੇਰੇ ਜਿਹੜੇ ਚਰਨ ਨੇ ਸੋ ਇਹ ਮੈਨੂੰ ਚੰਗੇ ਲੱਗਣ, ਇਹ ਮਿੱਠੇ ਲੱਗਣ। ਸੋ ਤਿੰਨ ਹਮ ਚਰਨ ਸਰੇਵ ਹੈ, ਜਿਨ੍ਹਾਂ ਨੂੰ ਨਾਮ ਮਿੱਠਾ ਲੱਗਦਾ, ਜਿਨ੍ਹਾਂ ਨੂੰ ਬਾਣੀ ਮਿੱਠੀ ਲੱਗਦੀ ਹੈ, ਮੈਨੂੰ ਉਹਨਾਂ ਦੀ ਚਰਨਾਂ ਦੀ ਸੇਵਾ ਵਿੱਚ ਲਾ ਲਓ। ਮੈਨੂੰ ਉਹਨਾਂ ਦੇ ਚਰਨਾਂ ਦੀ ਸੇਵਾ ਕਰਨੀ ਚੰਗੀ ਲੱਗੇ। ਕਿਉਂ? ਕਿਉਂਕਿ ਉਹਨਾਂ ਨੂੰ ਬਾਣੀ ਮਿੱਠੀ ਲੱਗਦੀ ਹੈ। ਜਿਨ ਹਰ ਮੀਠ ਲਗਾਨਾ। ਸੋ ਜਿਨ੍ਹਾਂ ਨੂੰ ਬਾਣੀ ਮਿੱਠੀ ਲੱਗਦੀ, ਉਹਨਾਂ ਦੀ ਚਰਨਾਂ ਦੀ ਸੇਵਾ ਜਿਹੜੇ ਕਰਨੇ ਵਾਲੇ ਨੇ, ਭਾਗਾਂ ਵਾਲੇ ਨੇ। ਸੋ ਜਿਨ੍ਹਾਂ ਨੂੰ ਇਹ ਸੇਵਾ ਮਿਲਦੀ ਹੈ। ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰ। ਹੈ ਤਾਂ ਕਰੜੀ ਹੁੰਦੀ, ਪਰ ਸ੍ਰੇਸ਼ਟ ਸੁੱਖ ਹੈ, ਸ੍ਰੇਸ਼ਟ ਸੁੱਖ ਇਹਦੇ ਵਿੱਚ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ 12 ਸਾਲ ਸੇਵਾ ਕੀਤੀ। ਬੜੀ ਕਰੜੀ ਘਾਲਣਾ ਸੀ, ਪਰ ਸ੍ਰੇਸ਼ਟ ਸੁੱਖ, ਸੁੱਖ ਵੰਡਣੇ ਵਾਲੇ ਹੋ ਗਏ, ਬ੍ਰਹਮ ਦੀ ਦਾਤ ਦੇਣੇ ਵਾਲੇ ਹੋ ਗਏ। ਕਿਉਂ? ਕਿਉਂਕਿ ਸੇਵਾ ਮਿੱਠੀ ਲੱਗੀ ਹੈ ਨਾ। ਸੋ ਮੇਰੇ 'ਤੇ ਕਿਰਪਾ ਕਰੋ, ਜਿਹੜੀ ਤੇਰੀ ਸੇਵਾ ਆ ਇਹ ਮੈਨੂੰ ਮਿੱਠੀ ਲੱਗੇ। ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ, ਜਨ ਵਿਛੜਿਆ ਚੀਰੀ ਮੇਲਾਨਾ। ਜਦੋਂ ਬੰਦਾ ਸੇਵਾ ਕਰਦਾ, ਬਾਣੀ ਪੜ੍ਹਦਾ, ਸੋ ਉਹਦੀ ਕਿਰਪਾ ਤੋਂ ਬਿਨਾਂ ਸੇਵਾ ਨਹੀਂ ਹੁੰਦੀ, ਨਾ ਬਾਣੀ ਪੜ੍ਹ ਹੁੰਦੀ, ਅਤੇ ਉਹਦੀ ਕਿਰਪਾ ਤੋਂ ਬਿਨਾਂ ਮੇਲ ਨਹੀਂ ਹੁੰਦਾ। ਜਿਹੜੇ ਉਹਦੇ ਪਿਆਰੇ ਨੇ, ਉਹਨਾਂ ਦੀ ਸੇਵਾ ਮੰਗੀ ਹੈ ਇਹਦੇ ਵਿੱਚ, ਆਪਣੇ ਪਿਆਰਿਆਂ ਦੀ ਸੇਵਾ ਦੇ। ਜਿੰਨਾ ਚਿਰ ਉਹਦੀ ਕਿਰਪਾ ਨਹੀਂ ਹੁੰਦੀ, ਆਪਣੇ ਪਿਆਰਿਆਂ ਦੇ ਨਾਲ ਮੇਲ ਹੀ ਨਹੀਂ ਕਰਾਉਂਦਾ। ਫਿਰ ਜੇ ਪਿਆਰਿਆਂ ਦੇ ਨਾਲ ਮੇਲ ਹੋ ਜਾਵੇ ਤਾਂ ਉਹਨਾਂ ਦੀ ਸੇਵਾ ਨਹੀਂ ਕਰ ਸਕਦਾ, ਸੇਵਾ ਨਹੀਂ ਕਰ ਸਕਦਾ। ਗੁਰੂ ਦੀ ਸੇਵਾ ਸਾਰੇ ਕਰਦੇ ਨੇ, ਗੁਰੂ ਦੀ ਸੰਗਤ ਦੀ ਸੇਵਾ ਕਰਨੇ ਵਾਲੇ ਬੜੇ ਘੱਟ ਹੁੰਦੇ ਨੇ। ਸੋ ਇਸ ਕਰਕੇ ਜਿਨ੍ਹਾਂ ਦਾ ਮਨ ਨੀਵਾ ਹੋ ਜਾਂਦਾ, ਉਹ ਗੁਰੂ ਦੀ ਸੰਗਤ ਦੀ ਸੇਵਾ ਕਰ ਸਕਦੇ, ਗੁਰੂ ਕੇ ਸਿੱਖ ਦੀ ਸੇਵਾ ਕਰ ਸਕਦੇ ਨੇ। ਜਿੰਨਾ ਚਿਰ ਮਨ ਨੀਵਾ ਨਹੀਂ ਹੈ, ਸੋ ਗੁਰੂ ਕੀ ਸੰਗਤ ਦੀ ਸੇਵਾ ਫਿਰ ਵੀ ਕਰ ਜਾਂਦੇ ਨੇ। ਗੁਰੂ ਕੇ ਸਿੱਖ ਦੀ ਸੇਵਾ ਤਾਂ ਬਹੁਤਾ ਹੀ ਮਨ ਨੀਵਾਂ ਹੋਵੇ ਫਿਰ ਕਰ ਸਕਦਾ, ਜਿਹੜਾ ਸਿੱਖ ਦੀ ਸੇਵਾ ਨਹੀਂ ਕਰ ਸਕਦਾ। ਫਿਰ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਨੇ ਜੋ ਇਹ ਸ੍ਰਿਸ਼ਟੀ ਰਚ ਦਿੱਤੀ ਹੈ, ਸੋ ਇਹਦੇ ਵਿੱਚ ਜਿਹੜੇ ਮਜਬੂਰ ਨੇ, ਸੋ ਬੇਬਸ ਨੇ, ਅਤੇ ਉਹਨਾਂ ਦੀ ਸੇਵਾ ਕਰਨ ਵਾਲੇ ਤਾਂ ਬਹੁਤ ਘੱਟ ਹੁੰਦੇ ਨੇ।
ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਕਰਕੇ ਦਿਖਾ ਲਿਆ। ਮਹਾਰਾਜ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੀਪਾਲਪੁਰ ਜਦੋਂ ਗਏ ਹੈ, ਉੱਥੇ ਜਿਹੜਾ ਕੋਹੜੀ ਸੀਗਾ ਉਹਨੂੰ ਪਿੰਡ ਵਾਲਿਆਂ ਨੇ ਬਾਹਰ ਛੰਨ ਪਾ ਕੇ ਦਿੱਤੀ ਹੋਈ ਸੀ ਜੰਗਲ ਦੇ ਵਿੱਚ। ਉਹਨੂੰ ਪਿੰਡ 'ਚ ਨਹੀਂ ਸੀ ਵਿਚਾਰਾ ਆ ਸਕਦਾ, ਕਾਰਨ ਕਿ ਸਰੀਰ ਰੋਗੀ ਸੀ, ਕੋਹੜੀ ਸੀਗਾ। ਜੇ ਉਹਦਾ ਇਲਾਜ ਹੁੰਦਾ ਤੇ ਉਹ ਕੋਹੜ ਰੋਗ ਤੋਂ ਠੀਕ ਵੀ ਹੋ ਸਕਦਾ। ਇਲਾਜ ਕਰਾਉਣ ਨੂੰ ਤਾਂ ਕੋਈ ਤਿਆਰ ਨਹੀਂ, ਮਾਂ ਬਾਪ ਬਿਰਧ ਹੋ ਜਾਂਦੇ ਆ। ਅਤੇ ਉਹ ਮਾਂ ਬਾਪ ਕਿਹੜਾ ਕੁਝ ਮੰਗਦੇ, ਪੈਸੇ ਨਹੀਂ ਮੰਗਦੇ, ਰੋਟੀ ਮੰਗਦੇ, ਰਹਿਣ ਲਈ ਥੋੜ੍ਹੀ ਜਿਹੀ ਜਗ੍ਹਾ ਮੰਗਦੇ ਹੁੰਦੇ ਆ। ਸੋ ਜੇ ਔਲਾਦ ਚਾਹੇ ਤਾਂ ਬੜੇ ਆਰਾਮ ਦੇ ਨਾਲ ਸੇਵਾ ਕਰਕੇ ਅਤੇ ਪੁੰਨ ਬਣਾ ਸਕਦੀ ਹੈ, ਪਰ ਨਹੀਂ, ਤਿਆਰ ਹੀ ਨਹੀਂ। ਇਸੇ ਕਰਕੇ ਬਿਰਧ ਆਸ਼ਰਮ ਹੋਂਦ ਵਿੱਚ ਆਏ ਹੈ। ਤਦੇ ਫਿਰ ਉਹਨਾਂ ਨੂੰ ਚੰਗਿਆਂ ਭਲਿਆਂ ਨੂੰ ਬਿਰਧ ਆਸ਼ਰਮ ਵਿੱਚ ਛੱਡ ਆਉਂਦੇ ਹੈ। ਹੁਣ ਇਲਾਜ ਤਾਂ ਸ਼ੁਰੂ ਤੋਂ ਹੀ ਹੈ, ਬਿਮਾਰੀਆਂ ਦੇ ਇਲਾਜ ਸ਼ੁਰੂ ਤੋਂ ਹੀ ਆ। ਜਿਹੜੇ ਇਲਾਜ ਕਰਦੇ ਨੇ ਉੱਥੇ ਸਤਿਗੁਰਾਂ ਦੀ ਰਹਿਮਤ ਹੋ ਜਾਂਦੀ ਹੈ, ਬਿਮਾਰੀਆਂ ਦੂਰ ਹੋ ਜਾਂਦੀਆਂ। ਅਤੇ ਜੇ ਇਲਾਜ ਕਰਨ ਨੂੰ ਕੋਈ ਤਿਆਰ ਹੀ ਨਹੀਂ, ਕਹਿਣਾ ਪੈਸਾ ਬੜਾ ਲੱਗਣਾ, ਵੀ ਕਿਹੜਾ ਇਹਦਾ ਇਲਾਜ ਕਰਾਵੇ, ਅੱਜ ਮਰਿਆ ਕੱਲ੍ਹ ਮਰਿਆ, ਮਰਨਾ ਤਾਂ ਹੈਗਾ ਹੀ ਆ। ਫਿਰ ਉਹਨੂੰ ਮਰਨ ਵਾਸਤੇ ਛੱਡ ਦਿੰਦੇ ਆ, ਮਰਨ ਵਾਸਤੇ। ਇੱਦਾਂ ਹੀ ਦੀਪਾਲਪੁਰ ਦਾ ਕੋਹੜੀ ਮਰਨ ਵਾਸਤੇ ਹੀ ਛੱਡਿਆ ਹੋਇਆ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਦੀਨ ਦੁਨੀ ਦੇ ਮਾਲਕ ਉੱਥੇ ਜਾ ਕੇ ਸ਼ਬਦ ਦੁਆਰਾ ਸੇਵਾ ਕੀਤੀ। ਸ਼ਬਦ ਦੁਆਰਾ ਕਿਸੇ ਰੋਗੀ ਨੂੰ ਬਾਣੀ ਸੁਣਾਉਣੀ ਅਤੇ ਕਿੱਡੀ ਵੱਡੀ ਸੇਵਾ ਆ। ਉਹਦੇ ਮਨ ਨੂੰ ਸ਼ਾਂਤੀ ਮਿਲਦੀ ਹੈ, ਠੰਡ ਮਿਲਦੀ ਹੈ, ਛੋਟੀ ਸੇਵਾ ਨਹੀਂ। ਸੋ ਇਹ ਬਿਮਾਰਾਂ ਦੀ ਸੇਵਾ ਕਰਨੀ, ਬਹੁਤ ਮਨ ਨੀਵਾਂ ਹੋਵੇ ਫਿਰ ਬਿਮਾਰਾਂ ਦੀ, ਲੋੜਵੰਦਾਂ ਦੀ ਸੇਵਾ ਕਰ ਸਕਦਾ ਹੈ। ਗੁਰੂ ਦੀ ਸੇਵਾ ਸਾਰੇ ਕਰਨ। ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵੀ ਦੱਸੋ ਕਿੰਨੇ ਦਾ ਰੁਮਾਲਾ ਲੱਗਦਾ ਕਰਨ, ਭਾਵੇਂ ਲੱਖ, 1.5 ਲੱਖ, 2 ਲੱਖ, ਜਿੰਨੇ ਦਾ ਮਰਜ਼ੀ ਆ ਜਾਵੇ, ਮੈਂ ਲਾਉਣ ਨੂੰ ਤਿਆਰ ਹਾਂ। ਗਰੀਬ ਨੂੰ ਰੋਟੀ ਦੇਣ ਨੂੰ ਕੋਈ ਤਿਆਰ ਨਹੀਂ। ਉਹਨੂੰ ਕੱਪੜੇ ਸਮਾ ਕੇ ਤਾਂ ਨੰਗ ਢੱਕ ਦਈਏ, ਉਹ ਬੜੇ ਘੱਟ ਹੁੰਦੇ ਨੇ। ਪਰ ਮਹਾਰਾਜ ਦੇ ਬਚਨ ਨੇ, ਇਹ ਜਿਹੜੀ ਖਲਕਤ ਹੈ ਨਾ, ਖਾਲਕ ਦੀ ਹੈ। ਹਾਂ, ਇਹ ਖਾਲਕ ਦੀ ਦੁਨੀਆ ਸਾਰੀ ਉਹਦੀ ਹੀ ਬਣਾਈ ਹੋਈ ਹੈ। ਜਦੋਂ ਲੋੜਵੰਦ ਦੇਖਣਾ, ਮਜਬੂਰ ਵੇਖਣਾ, ਫਿਰ ਉਹਦਾ ਕੋਈ ਧਰਮ ਨਾ ਵੇਖੋ, ਉਹਦੀ ਜਾਤ ਨਾ ਪੁੱਛੋ, ਨਾ ਧਰਮ ਦੇਖੀਦਾ, ਕੁਛ ਨਹੀਂ ਦੇਖੀਦਾ। ਸੋ ਇਹ ਬਹੁਤ ਘੱਟ ਹੁੰਦੇ ਨੇ, ਇਹੋ ਜਿਹੇ ਬੜੇ ਘੱਟ ਹੁੰਦੇ ਨੇ ਜਿਨ੍ਹਾਂ ਨੂੰ ਸਤਿਗੁਰੂ ਜੀ ਸੋਝੀ ਦਿੰਦੇ ਨੇ। ਮਹਾਰਾਜ ਨੇ ਦੀਪਾਲਪੁਰ ਜਾ ਕੇ ਸ਼ਬਦ ਦੀ ਨਾਲ ਸੇਵਾ ਕੀਤੀ, ਕੋਹੜੀ ਦਾ ਕੋਹੜ ਰੋਗ ਦੂਰ ਹੋ ਗਿਆ। ਸੋ ਇੱਥੇ ਜਦੋਂ 1598 ਦੇ ਵਿੱਚ ਪਲੇਗ ਦੀ ਬਿਮਾਰੀ ਫੈਲੀ ਪੰਜਾਬ ਦੇ ਵਿੱਚ, ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਆ ਰਿਹਾ, ਉਹਨਾਂ ਨੇ ਉਸ ਵਕਤ ਆਪਣੇ ਹੱਥੀਂ ਮਰੀਜ਼ਾਂ ਦੀ ਸੇਵਾ ਕੀਤੀ ਸੀ, ਆਪਣੇ ਹੱਥੀਂ। ਸੋ ਇਹ ਨਹੀਂ ਵੀ ਹਾਂ ਵੀ ਮੈਂ ਗੁਰੂ ਨਾਨਕ ਦੀ ਗੱਦੀ 'ਤੇ ਹਾਂ, ਮੈਂ ਕਿੱਦਾਂ ਸਿੱਖਾਂ ਨੂੰ ਕਹਿ ਸਕਦੇ ਸੀ, ਸਿੱਖਾਂ ਨੂੰ ਕਹਿ ਸਕਦੇ ਸੀ। ਸੋ ਇੱਥੇ ਸਿਸਟਮ ਹੁੰਦਾ ਵੀ ਸੇਵਾ ਕਰਨੀ ਜਿਹੜੀ ਬੜੀ ਔਖੀ, ਬੜੀ ਕਠਿਨ ਹੈ। ਅਤੇ ਗੁਰੂਆਂ ਨੇ ਸਭ ਕੁਝ ਕਰਕੇ ਦੱਸਿਆ ਆ, ਗੁਰੂ ਸਾਹਿਬਾਨਾਂ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਰਹਿਮਤਾਂ ਕਰਦੇ ਨੇ, ਕਿਰਪਾ ਕਰਦੇ ਨੇ। ਕਹਿੰਦੇ ਮੇਰੇ 'ਤੇ ਇਹ ਕਿਰਪਾ ਕਰ, ਮੇਰੇ 'ਤੇ ਇਹ ਰਹਿਮਤ ਕਰ, ਜਿਹੜੇ ਤੇਰੇ ਪਿਆਰੇ ਨੇ, ਤੇਰਾ ਨਾਮ ਜਪਣੇ ਵਾਲੇ, ਸੋ ਮੈਨੂੰ ਉਹਨਾਂ ਦੀ ਸੇਵਾ ਦਾ ਅਵਸਰ ਦਿਓ, ਉਹਨਾਂ ਦੀ ਸੇਵਾ ਮੈਂ ਕਰਾਂ। ਕਹਿੰਦੇ ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ, ਜਨ ਨਾਨਕ ਚਿਰੀ ਮਿਲਾਨਾ। ਜਿਨ੍ਹਾਂ 'ਤੇ ਉਹ ਕਿਰਪਾ ਕਰਦਾ ਆ, ਮਿਹਰ ਕਰਦਾ ਆ, ਉਹ ਵਿਛੜਿਆਂ ਨੂੰ, ਵਿਛੜਿਆ ਚਿਰੀ ਮਿਲਾਨਾ, ਵਿਛੜਿਆ ਹੋਇਆਂ ਨੂੰ ਉਹ ਮਿਲ ਦਿੰਦਾ ਹੈ। ਅਸੀਂ ਗੁਰੂ ਤੋਂ ਵਿਛੜੇ ਹਾਂ, ਦੁੱਖ ਪਾਉਂਦੇ ਹਾਂ। ਜਦੋਂ ਦੁਖੀ ਹੋ ਕੇ ਉਹਦੇ ਚਰਨਾਂ 'ਚ ਅਰਦਾਸ ਕਰਦੇ, ਗੁਰੂ ਦੇ ਨਾਲ ਮਿਲਦਾ। ਸੋ ਫਿਰ ਜਦੋਂ ਗੁਰੂ ਦੇ ਨਾਲ ਇਹ ਮਿਲਦਾ ਹੈ ਅਤੇ ਗੁਰੂ ਦੀ ਗੱਲ ਮੰਨਦਾ, ਗੁਰੂ ਦੇ ਹੁਕਮ 'ਚ ਸੇਵਾ ਕਰਦਾ, ਅਤੇ ਜਨਮਾਂ ਜਨਮਾਤਰਾਂ ਤੋਂ ਜਿਹੜਾ ਰੱਬ ਤੋਂ ਵਿਛੜਿਆ ਹੋਇਆ ਹੈ, ਅਤੇ ਗੁਰੂ ਰੱਬ ਦੇ ਨਾਲ ਇਹਦਾ ਮੇਲ ਕਰਾ ਦਿੰਦਾ। ਇਹਦਾ ਜਿਹੜਾ ਸੰਸਾਰ ਦਾ ਸਫ਼ਰ ਹੈ, ਕਦੀ ਕਿਤੇ ਜੰਮਿਆ, ਕਦੀ ਕਿਤੇ ਮਰਿਆ, ਕਦੀ ਕਿਸੇ ਜੋਨ ਵਿੱਚ, ਕਦੀ ਕਿਸੇ ਜੋਨ ਵਿੱਚ ਹੈ। ਉਹਨਾਂ ਚਿਕਰ ਸਫ਼ਰ ਮੁੱਕਣਾ ਹੀ ਨਹੀਂ ਜਿੰਨਾ ਚਿਕਰ ਇਹ ਅਕਾਲ ਪੁਰਖ ਦੇ ਵਿੱਚ ਅਭੇਦ ਨਹੀਂ ਹੁੰਦਾ, ਉਹਨਾਂ ਚਿਕਰ ਸਫ਼ਰ ਨਹੀਂ ਮੁੱਕਣਾ। ਨਦੀ ਹੈ,
ਸਫ਼ਰ ਕਰੀ ਜਾਂਦੀ ਹੈ, ਕਰੀ ਜਾਂਦੀ ਹੈ। ਸਮੁੰਦਰ ਵਿੱਚ ਜਦੋਂ ਅਭੇਦ ਹੁੰਦੀ ਫਿਰ ਇਹਦਾ ਸਫ਼ਰ ਮੁੱਕਦਾ, ਸਫ਼ਰ ਫਿਰ ਸ਼ੁਰੂ ਹੋ ਜਾਂਦਾ ਹੈ। ਇਹ ਨਹੀਂ ਵੀ ਸਫ਼ਰ ਮੁੱਕ ਗਿਆ। ਉੱਧਰੋਂ ਬੱਦਲਾਂ ਵਿੱਚ ਪਾਣੀ ਭਰਦਾ ਹੈ, ਬੱਦਲ ਪਾਣੀ ਕਿੱਥੋਂ ਲੈਂਦੇ? ਸਮੁੰਦਰਾਂ 'ਚ। ਉਹ ਪਾਣੀ ਫਿਰ ਉਹਦੀ ਵਰਖਾ ਕਰਦੇ ਪਹਾੜਾਂ 'ਤੇ, ਫਿਰ ਨਦੀਆਂ ਦੇ ਵਿੱਚ ਚੱਲਦਾ। ਇਸੇ ਤਰ੍ਹਾਂ ਜਿੰਨਾ ਚਿਰ ਇਹ ਖੇਡ ਹੈ ਸੰਸਾਰ ਦੀ, ਜਿਹੜੇ ਜਨਮ ਸਫਲ ਕਰ ਜਾਂਦੇ ਨੇ ਕਿ ਉਹ ਮੁੜ ਕੇ ਧਰਤੀ 'ਤੇ ਨਹੀਂ ਆਉਂਦੇ, ਉਹ ਭੇਜਦਾ, ਉਹ ਭੇਜੇ ਹੋਏ ਆਉਂਦੇ ਨੇ। ਅਗਰ ਉਹ ਨਾ ਭੇਜੇ ਤਾਂ ਧਰਤੀ ਦੇ ਉੱਤੇ ਤਾਂ ਅਧਰਮ ਫੈਲ ਜਾਵੇ, ਇੱਥੇ ਧਰਮ ਨਾਂ ਦੀ ਕੋਈ ਚੀਜ਼ ਹੀ ਨਾ ਰਹੇ। ਜੇ ਉਹ ਸਫਲ ਹੋਇਆਂ ਨੂੰ ਨਾ ਭੇਜੇ, ਸਫਲ ਹੋਇਆਂ ਨੂੰ ਉਹ ਆਪ ਭੇਜਦਾ, ਅਤੇ ਜਿਹੜੇ ਅਸਫਲ ਹੁੰਦੇ ਨੇ ਉਹ ਕਰਮਾਂ ਦੇ ਬੱਧੇ ਆਉਂਦੇ ਨੇ। ਉਹ ਸਫਲ ਹੋ ਚੁੱਕੇ ਕਰਮਾਂ ਦੇ ਬੱਧੇ, ਇਹਨਾਂ ਨੂੰ ਜਨਮ ਲੈਣਾ ਪੈਂਦਾ। ਚਾਹੁੰਦੇ ਤਾਂ ਹਨ ਵੀ ਅਸੀਂ ਸੋ ਜਨਮ ਨਾ ਹੋਵੇ, ਪਰ ਜਨਮ ਲੈਣਾ ਪੈਂਦਾ। ਉਹ ਕਹਿੰਦੇ ਉਹਨਾਂ ਦਾ ਇਹ ਸਿਸਟਮ ਚੱਲਦਾ। ਚੀਰੀ ਤਾਂ ਪਤਾ ਨਹੀਂ ਕਿੰਨੇ ਕੁ ਯੁੱਗ ਹੋ ਗਏ। ਬਹੁਤੇ ਫੇਰ ਭਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ। ਫੇਰ ਆ ਰਹੇ ਹਾਂ ਇਸ ਧਰਤੀ ਦੇ ਉੱਤੇ, ਕੋਈ ਹੁਣੇ ਕਿਰਪਾ ਕਰ ਦਿਓ, ਹੁਣੇ ਰਹਿਮਤ ਕਰ ਦਿਓ। ਪਰ ਇਹ ਗੁਰੂ ਦੁਆਰਾ ਕਰਦਾ ਹੈ। ਅਕਾਲ ਪੁਰਖ ਪਹਿਲੋਂ ਗੁਰੂ ਦੇ ਨਾਲ ਮੇਲ ਕਰਾਉਂਦਾ। ਹਰ ਹਰ ਕਿਰਪਾ ਧਾਰੀ ਮੇਰੇ ਠਾਕਰ। ਉਹਨੇ ਕਿਰਪਾ ਧਾਰੀ ਜਦੋਂ ਮਿਹਰ ਕਰ ਦਿੱਤੀ। ਜਨ ਨਾਨਕ ਜਨ ਵਿਛੜਿਆ ਚਿਰੀ ਮਿਲਨ, ਚਿਰਾਂ ਤੋਂ ਵਿਛੜਿਆ ਹੋਇਆ ਉਹਨੇ ਗੁਰੂ ਦੇ ਨਾਲ ਮੇਲ ਕਰਾਤਾ। ਅਤੇ ਗੁਰੂ ਕਿਰਪਾ ਕਰਦਾ ਜਦੋਂ ਰੱਬ ਦੇ ਨਾਲ ਉਹਦਾ ਮੇਲ ਕਰਾ ਦਿੰਦਾ। ਧੰਨ ਧੰਨ ਸਤਿਗੁਰ ਜਿਨ ਨਾਮ ਦ੍ਰਿੜਾਇਆ, ਜਨ ਨਾਨਕ ਤਿਸ ਕੁਰਬਾਨਾ। ਫਿਰ ਉਹ ਭਗਤ ਨੇ ਗੁਰੂ ਨੂੰ ਹੀ ਧੰਨ ਆਖਣਾ। ਗੁਰੂ ਹੀ ਧੰਨ ਹੈ ਜਿਹਦੀ ਕਿਰਪਾ ਦੇ ਨਾਲ ਮੇਰਾ ਪ੍ਰਮਾਤਮਾ ਪਰਮੇਸ਼ਰ ਦੇ ਨਾਲ ਮੇਲ ਹੋਇਆ। ਗੁਰਬਾਣੀ ਹੀ ਧੰਨ ਹੈ। ਗੁਰਬਾਣੀ ਦੇ ਨਾਲ ਸਾਡੀ ਮਨ ਦੀ ਮੱਤ ਜਿਹੜੀ ਹੈ ਉਹ ਘਟੀ ਜਾਂਦੀ ਹੈ। ਜਿਹੜੇ ਗੁਰਬਾਣੀ ਦੀ ਵਿਚਾਰ ਕਰਦੇ ਨੇ, ਜਿਨ੍ਹਾਂ ਨੂੰ ਗੁਰਬਾਣੀ ਦੀ ਵਿਚਾਰ ਕਰਨੀ ਸੁਣਨੀ ਚੰਗੀ ਲੱਗਦੀ, ਵਿਚਾਰ ਤੋਂ ਬਿਨਾਂ ਸਾਡੀ ਵਿਚਾਰ ਨਹੀਂ ਕੱਟੀ ਜਾ ਸਕਦੀ। ਹੀਰੇ ਨੂੰ ਹੀਰਾ ਕੱਟਦਾ, ਲੋਹੇ ਨੂੰ ਲੋਹਾ ਕੱਟਦਾ। ਇਸੇ ਤਰ੍ਹਾਂ ਵਿਚਾਰਾਂ ਨੂੰ ਵਿਚਾਰ ਹੀ ਕੱਟਦੀ ਹੈ। ਜਿਹੜੀਆਂ ਮਨ ਦੀ ਵਿਚਾਰਾਂ ਨਾ, ਜਿੰਨਾ ਚਿਰ ਇਹ ਨਹੀਂ ਕੱਟੀਆਂ ਜਾਂਦੀਆਂ, ਮਨ ਵੇੜਿਆ, ਮਨ ਘਿਰ ਗਿਆ। ਕਿਹਦੇ ਨਾਲ ਘਿਰਿਆ? ਆਪਣੀਆਂ ਵਿਚਾਰਾਂ ਦੇ ਨਾਲ ਹੀ ਘਿਰ ਗਿਆ। ਆਹ ਕਰਾਂ, ਆਹ ਨਾ ਕਰਾਂ, ਆਹ ਕਰਨਾ, ਉਹ ਕਰਨਾ, ਇੱਥੇ ਜਾਣਾ, ਉੱਥੇ ਜਾਣਾ, ਆਪਣੀਆਂ ਹੀ ਵਿਚਾਰਾਂ ਦੇ ਵਿੱਚ ਘਿਰ ਗਿਆ। ਇੰਨੀਆਂ ਕੁ ਵਿਚਾਰਾਂ ਨੇ ਸੰਸਾਰਕ ਮਨ ਦੇ ਵਿੱਚ, ਮਨ ਦੇ ਆਲੇ ਦੁਆਲੇ, ਕਿ ਰੱਬ ਦਾ ਚੇਤੇ ਹੀ ਨਹੀਂ। ਫਿਰ ਰੱਬ ਨੂੰ ਯਾਦ ਵੀ ਕਰਨਾ ਚੇਤੇ ਹੀ ਨਹੀਂ। ਮੌਤ ਵੀ ਆ ਜਾਣੀ ਹੈ, ਚੇਤੇ ਹੀ ਨਹੀਂ। ਇਸੇ ਤਰ੍ਹਾਂ ਪਤਾ ਹੀ ਨਹੀਂ ਚੱਲਦਾ ਕਦੋਂ ਕਿਹੜੇ ਵੇਲੇ ਮੌਤ ਆ ਗਈ, ਅਤੇ ਬਸ ਇਹਨੂੰ ਕਿਹਾ ਤਾਂ ਚੱਲ ਵੀ ਚੱਲੀਏ, ਉਹ ਵਿਚਾਰਾਂ 'ਚ ਹੀ ਰਹਿ ਗਏ। ਆਪਣੀਆਂ ਵਿਚਾਰਾਂ ਨੂੰ ਕੱਟਣਾ ਪੈਣਾ, ਕਿਉਂਕਿ ਜਿਹੜੀਆਂ ਮਨ ਦੀਆਂ ਵਿਚਾਰਾਂ, ਇਹਦੇ ਨਾਲ ਮਨ ਹੋਰ ਮੈਲਾ ਹੋ ਜਾਂਦਾ। ਮਨ ਨੂੰ ਧੋਣ ਵਾਸਤੇ ਜ਼ਰੂਰੀ ਹੈ ਕਿ ਮਨ ਦੀਆਂ ਵਿਚਾਰਾਂ ਕੱਟੀਆਂ ਜਾਣ, ਜਿਹਦੇ ਨਾਲ ਮੁੜ ਕੇ ਮਨ ਮੈਲਾ ਨਾ ਹੋਵੇ। ਸੋ ਮਨ ਦੀਆਂ ਵਿਚਾਰਾਂ ਨੂੰ ਗੁਰੂ ਦੀ ਵਿਚਾਰ ਕੱਟਦੀ ਹੈ। ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਗੁਰਬਾਣੀ ਦੀ ਵਿਚਾਰ ਦੇ ਵਿੱਚ ਰੁਚੀ ਬੜੀ ਲੈਂਦੇ ਨੇ। ਜਦੋਂ ਮਨ ਐਨ ਧੋਤਾ ਜਾਂਦਾ, ਨਿਰਮਲ ਹੋ ਜਾਂਦਾ, ਫਿਰ ਇਹੋ ਹੀ ਬਾਣੀ ਦੀ ਜਿਹੜੀ ਵਿਚਾਰ ਹੈ ਇਹ ਅੰਮ੍ਰਿਤ ਦੇ ਘੁੱਟ ਬਣਦੇ ਆ, ਜਿਹਨੂੰ ਲਿਵ ਲੱਗਦੀ ਹੈ। ਪਹਿਲੋਂ ਕੀ ਸੀ? ਪਹਿਲੋਂ ਲਿਵ ਛੁੜਕੀ, ਲੱਗੀ ਤ੍ਰਿਸ਼ਨਾ। ਤ੍ਰਿਸ਼ਨਾ ਬੜੀ ਸੀ ਮਨ ਦੀ, ਆਹ ਵੀ ਲੈ ਲਵਾਂ, ਆਹ ਵੀ ਲੈ ਲਵਾਂ। ਭੁੱਖਾ ਹੀ ਰਹਿੰਦਾ ਸੀ, ਭੁੱਖਾ ਹੀ ਰਹਿੰਦਾ ਸੀ। ਪਰ ਜਦੋਂ ਬਾਣੀ ਦੀ ਵਿਚਾਰ ਆ ਗਈ, ਫਿਰ ਇਹਦੀ ਤ੍ਰਿਪਤੀ ਹੋ ਗਈ। ਉਹ ਤ੍ਰਿਪਤੀ ਹੋ ਗਈ, ਫਿਰ ਹੁਣ ਜਪਦਾ, ਹੁਣ ਬਾਣੀ ਪੜ੍ਹਦਾ, ਹੁਣ ਉਂਝ ਨਹੀਂ ਛੱਡਦਾ। ਹੁਣ ਬਾਣੀ ਤੋਂ ਨਹੀਂ ਤ੍ਰਿਪਤੀ ਹੁੰਦੀ ਹੈ, ਕਹਿੰਦਾ ਹੋਰ ਪੜ੍ਹਾਂ, ਹੋਰ ਪੜ੍ਹਾਂ। ਰਾਜਾ ਰਾਜ ਨਾ ਤ੍ਰਿਪਤਿਆ। ਮਹਾਰਾਜ ਕਹਿੰਦੇ ਨਾ ਵੀ ਬਾਣੀ ਦੀ ਭੁੱਖ ਕਿੰਨੀ ਕੁ ਹੋ ਜਾਂਦੀ ਹੈ ਭਗਤ ਨੂੰ। ਕਹਿੰਦੇ ਰਾਜਾ ਰਾਜ ਨਾ ਤ੍ਰਿਪਤਿਆ, ਜਿਵੇਂ ਰਾਜਾ ਰਾਜ ਕਰਕੇ ਤ੍ਰਿਪਤ ਨਹੀਂ ਹੁੰਦਾ। ਸਾਇਰ ਭਰੇ ਕਿ ਸੁੱਖ, ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾ ਪੁੱਛ। ਕਹਿੰਦੇ ਸੱਚੇ ਨਾਮ ਦੀ ਕੀ ਦੱਸੀਏ, ਕਿੰਨੀ ਕੁ ਭੁੱਖ ਲੱਗਦੀ ਹੈ। ਉਹ ਦੱਸ ਹੀ ਨਹੀਂ ਸਕਦੇ ਵੀ ਸੱਚੇ ਨਾਮ ਦੀ ਕਿੰਨੀ ਭੁੱਖ ਲੱਗਦੀ ਹੈ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਰਹਿਮਤ ਕਰਦੇ। ਕਹਿੰਦੇ ਜਿਹਨਾਂ 'ਤੇ ਰਹਿਮਤ ਹੁੰਦੀ, ਬਖਸ਼ਿਸ਼ ਹੁੰਦੀ, ਉਹ ਫਿਰ ਗੁਰੂ ਨੂੰ ਧੰਨ ਕਹਿੰਦੇ।
ਧੰਨ ਧੰਨ ਸਤਿਗੁਰ। ਸਤਿਗੁਰ ਕੌਣ? ਜਿਹੜਾ ਸੱਤ ਦਾ ਗਿਆਨ ਕਰਾ ਦਿੰਦਾ। ਗੁਰਬਾਣੀ ਦੁਆਰਾ ਹੀ ਸੱਤ ਦਾ ਗਿਆਨ ਹੁੰਦਾ। ਅਸੱਤ ਕੀ ਹੈ, ਸੱਤ ਕੀ ਹੈ? ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਨਾ, ਇੱਕ ਪੈਸੇ ਦਾ ਸੱਚ, ਇੱਕ ਪੈਸੇ ਦਾ ਝੂਠ, ਜਿਉਣਾ ਝੂਠ ਤੇ ਮਰਨਾ ਸੱਚ। ਮਰਨਾ ਸੱਚ, ਜਿਉਣਾ ਝੂਠ ਹੈ। ਭਾਈ ਜ਼ਿੰਦਗੀ ਤਾਂ ਛਿਨ ਛਨੌਦ ਵਿਹਾਤ ਹੈ, ਫੂਟੇ ਘਟ ਜੂ ਪਾਣੀ। ਤੈਨੂੰ ਸੱਚ ਕਿੱਦਾਂ ਮੰਨ ਲਈ? ਇਹਦੇ ਵਿੱਚ ਤਾਂ ਸਾਹ ਕਿਰਦੇ ਜਾ ਰਹੇ ਨੇ, ਸਰੀਰ ਕਮਜ਼ੋਰ ਹੁੰਦਾ ਜਾਂਦਾ ਆ। ਇਹਨੂੰ ਸੱਚ ਕਿੱਦਾਂ ਮੰਨ ਲਈਏ? ਮੌਤ ਨੇੜੇ ਆ ਰਹੀ ਹੈ, ਫਿਰ ਮੌਤ ਹੀ ਸੱਚ ਹੈ। ਸੋ ਇਹ ਗੁਰਬਾਣੀ ਸੋਝੀ ਦਿੰਦੀ ਹੈ। ਗੁਰਬਾਣੀ ਦਾ ਪਤਾ ਲੱਗਦਾ ਵੀ ਸਤਿਗੁਰੂ ਸੱਤ ਦਾ ਗਿਆਨ ਕਰਾ ਦਿੱਤਾ। ਧੰਨ ਗੁਰੂ ਧੰਨ ਗੁਰਬਾਣੀ, ਜਿਹਨੇ ਨਾਮ ਦ੍ਰਿੜਾਇਆ। ਨਾਮ ਦ੍ਰਿੜ ਕਰਾ ਦਿੱਤਾ, ਗੁਰਮੰਤਰ ਦ੍ਰਿੜ ਕਰਾ ਦਿੱਤਾ। ਗੁਰਬਾਣੀ ਤੋਂ ਬਿਨਾਂ ਗੁਰਮੰਤਰ ਦ੍ਰਿੜ ਨਹੀਂ ਹੋ ਸਕਦਾ। ਵਾਹਿਗੁਰੂ ਗੁਰਮੰਤਰ ਜੇ ਦ੍ਰਿੜ ਕਰਨਾ ਤਾਂ ਗੁਰਬਾਣੀ ਦਾ ਸਹਾਰਾ ਲੈਣਾ ਪਵੇਗਾ। ਜਿਹੜੇ ਗੁਰਬਾਣੀ ਦਾ ਸਹਾਰਾ ਲੈਂਦੇ ਨੇ ਉਹਨਾਂ ਦੇ ਗੁਰਮੰਤਰ ਦ੍ਰਿੜ ਹੁੰਦਾ। ਧੰਨ ਸਤਿਗੁਰੂ ਜਿਨ੍ਹਾਂ ਨੇ ਮੈਨੂੰ ਨਾਮ ਦ੍ਰਿੜ ਕਰਾ ਦਿੱਤਾ। ਜਨ ਨਾਨਕ ਤਿਸ ਕੁਰਬਾਨ। ਤੇ ਗੁਰੂ ਕਹਿੰਦਾ ਮੈਂ ਉਹ ਤੋਂ ਕੁਰਬਾਨ ਹੈ ਜਿਹਨੇ ਨਾਮ ਨੂੰ ਦ੍ਰਿੜ ਕਰ ਲਿਆ। ਜਿੱਦਾਂ ਟੀਚਰ ਜਦੋਂ ਬੱਚਿਆਂ ਨੂੰ ਪੜ੍ਹਾਉਂਦਾ ਹੈ, ਜਿਹੜਾ ਬੱਚਾ ਹੁਸ਼ਿਆਰ ਨਿਕਲਦਾ, ਟੀਚਰ ਬੜਾ ਖੁਸ਼ ਹੁੰਦਾ ਹੈ, ਬੜੀ ਉਹਦੀ ਸਿਫਤ ਕਰਦਾ ਹੈ। ਅਤੇ ਇੱਥੋਂ ਤੱਕ ਟੀਚਰ ਤਾਂ ਉਹਨੂੰ ਮੱਥਾ ਵੀ ਟੇਕ ਦਿੰਦਾ। ਦੁਨਿਆਵੀ ਰਿਸ਼ਤੇ ਵਿੱਚ ਹੋ ਸਕਦਾ ਕਿਸੇ ਟੀਚਰ ਨੇ ਆਪਣੇ ਸਟੂਡੈਂਟ ਨੂੰ ਮੱਥਾ ਨਾ ਟੇਕਿਆ ਹੋਵੇ, ਪਰ ਅਧਿਆਤਮਿਕ ਰਿਸ਼ਤੇ ਦੇ ਵਿੱਚ ਗੁਰੂ ਨਾਨਕ ਨੇ ਲਹਿਣੇ ਨੂੰ ਮੱਥਾ ਟੇਕਦਾ ਸੀ। ਇੰਨੀ ਖੁਸ਼ੀ, ਪੈਰਾਂ 'ਤੇ ਮੱਥਾ ਟੇਕ ਦਿੱਤਾ ਵੀ ਤੂੰ ਸਫਲ ਹੋ ਗਿਆ, ਤੂੰ ਸਕਸੈਸ ਹੋ ਗਿਆ, ਤੂੰ ਸਾਰੀ ਖੇਡ ਸਮਝ ਗਿਆ, ਸੱਚ ਕੀ ਤਾਂ ਝੂਠ ਕੀ ਹੈ। ਸੋ ਮਹਾਰਾਜ ਨੇ ਇਹ ਰਹਿਮਤ ਕੀਤੀ, ਬਖਸ਼ਿਸ਼ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਗੁਰੂ ਕਿਰਪਾ ਕਰੇ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ, ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦਿ। ਨਾਨਕ ਹਮਰੀ ਮਾਈ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ। ਮਨ ਮੰਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ। ਸ਼ਬਦ ਗਾਵਣੇ ਆਈਆਂ, ਸ਼ਬਦ ਤਾਂ ਗਾਵੋ ਹਰੀ ਕੇਰਾ। ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ, ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹਾਂ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ। ਸਭਨਾ ਗੱਲਾਂ ਸਮਰਾ ਸੁਆਮੀ, ਸੋਖਿਆ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬ ਆਖਿਆ ਨਾਹੀਂ ਘਰ ਤੇਰਾ, ਕਰਤਾ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇਂ ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਗਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮਦਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਿਆ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਬਿਟੋਂ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋਂ। ਸ਼ਬਦ ਧਰੋਂ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆਂ, ਪੰਚ ਦੂਤ ਦਵਸ ਕੀਤੇ। ਕਾਲ ਕੰਠ ਮਾਰਿਆ, ਤੁਰ ਕਰਮ ਪਾਇਆ। ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸ ਕਹੋਵਾ, ਤਿਤ ਕਰ ਅਨਹਦ ਵਾਜੇ। ਅਨ ਸੁਣੋ ਬੜ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ, ਕਹਿ ਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ। ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ, ਕਹਿ ਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ। ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਣੇ। ਕੋਈ ਨ ਜਾਣੈ ਤੁਮਰਾ ਅੰਤ, ਉਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੈ ਸੂਤਰ ਧਾਰ।
ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ। ਵਾਹਿਗੁਰੂ। 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 ਚੜ੍ਹਦੀ ਕਲਾ ਤੇਰੀ ਭਾਣ। ਵਾਹਿਗੁਰੂ ਜੀ ਕੀ ਫਤਿਹ। ਤਬੇ ਚਲਾਇਓ ਪੰਥ, ਗੁਰੂ ਮਾਨਿਓ ਗ੍ਰੰਥ। ਪ੍ਰਗਟ ਗੁਰਾਂ ਕੀ ਦੇ, ਕੋ ਸ਼ਬਦ ਮੈਲੇ। ਆਖੀ ਰਹੇ ਨਾ ਕੋਏ, ਵਿੱਚ ਸਮਝੋ ਹੋਏ। ਚੜੇ ਸੁਤਰੇ ਪਾਰ, ਗੁਰ ਪਾਰ ਉਤਾਰਨ ਹਾਰ। ਕਲਗੀ ਸੋਹੇ ਸੀਸ, ਕਲਗੀ ਧਰ ਜਗਦੀਸ਼। ਸਤਿ ਸ੍ਰੀ ਅਕਾਲ। ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਪੁੱਤਾ ਮਾਤਾ ਕੀ ਆਸੀਸ, ਨਿਮਖ ਨ ਬਿਸਰੋ ਤੁਮ ਕੋ ਹਰ ਹਰ। ਸਦਾ ਭਜੋ ਜਗਦੀ ਤੁਮਰੀ ਸ਼ਰਨ, ਤੁਮਾਰੀ ਆਸਾ ਤੁਮ ਹੀ ਸੱਜਣ ਸਹੇਲੇ।
ਰਾਖੋ ਰਾਖਨਹਾਰ ਦਿਆਲਾ, ਨਾਨਕ ਕਰਕੇ ਗੋਲੇ। ਸੋ ਕਹੋ ਟਲ ਗੁਰੂ ਸੇਵੀਆ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਧਨਾਸਰੀ ਮਹੱਲਾ ਪੰਜਵਾਂ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ। ਜਿਹਵਾ ਏਕ ਕਵਨ ਗੁਣ ਕਹੀਆ, ਬੇਸੁਮਾਰ ਬੇਅੰਤ ਸੁਆਮੀ। ਤੇਰੂ ਅੰਤ ਨ ਕਿਨਹੀ ਲਹੀਐ। ਰਹਾਉ। ਕੋਟ ਪਰਾਧ ਹਮਾਰੇ ਖੰਡਹੁ, ਅਨੇਕ ਵਿਧि ਸਮਝਾਵਹੁ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਓ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਨਹਾਰ ਦਿਆਲਾ, ਨਾਨਕ ਕਰਕੇ ਗੋਲੇ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਨਹਾਰ ਦਿਆਲਾ, ਨਾਨਕ ਕਰਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।